ਵਾਹਿਗੁਰੂ ਸਾਹਿਬ ਜੀ। ਭੂਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹੁ। ਸਾਧ ਸੰਗਤ ਜੀ, ਦੇਸੀ 12 ਮਹੀਨੇ ਹਨ ਤੇ 6 ਰੁੱਤਾਂ ਹਨ। ਇੱਕ ਰੁੱਤ ਦੇ ਵਿੱਚ 2 ਮਹੀਨੇ ਹੈ। ਸਾਨੂੰ ਬਹੁਤਿਆਂ ਨੂੰ 2 ਰੁੱਤਾਂ ਦਾ ਪਤਾ ਹੈ, ਇੱਕ ਸਰਦ ਰੁੱਤ ਦਾ ਤੇ ਇੱਕ ਗਰਮੀ ਦੀ ਰੁੱਤ ਦਾ। ਬਾਕੀ ਰੁੱਤਾਂ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੈ। ਸਭ ਤੋਂ ਪਹਿਲੀ ਰੁੱਤ ਹੈ ਬਸੰਤ ਰੁੱਤ। ਬਸੰਤ ਰੁੱਤ ਦੇ ਵਿੱਚ 2 ਮਹੀਨੇ ਆਉਂਦੇ ਹੈ, ਚੇਤ ਤੇ ਵੈਸਾਖ ਦਾ ਮਹੀਨਾ। ਤੇ ਦੂਸਰੀ ਰੁੱਤ ਹੈ ਸਾਧ ਸੰਗਤ ਜੀ ਗ੍ਰੀਖਮ ਰੁੱਤ। ਤੇ ਗ੍ਰੀਖਮ ਰੁੱਤ ਦੇ ਵਿੱਚ ਵੀ 2 ਮਹੀਨੇ ਆਉਂਦੇ ਹੈ, ਜੇਠ ਤੇ ਹਾੜ੍ਹ ਦਾ ਮਹੀਨਾ, ਆਸ਼ਾੜ ਦਾ ਮਹੀਨਾ। ਤੀਸਰੀ ਰੁੱਤ ਹੈ ਬਰਸ ਰੁੱਤ, ਜਿਹਨੂੰ ਪਾਵਸ ਰੁੱਤ ਵੀ ਕਹਿੰਦੇ ਹੈ। ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਰਸ ਰੁੱਤ ਹੈ, ਬਰਸਾਤ ਦੀ ਰੁੱਤ। ਸੌਣ ਭਾਦੋਂ ਦੇ ਮਹੀਨੇ। ਤੇ ਚੌਥੀ ਰੁੱਤ ਹੈ ਸਰਦ ਰੁੱਤ। ਸਰਦ ਰੁੱਤ ਦੇ ਵਿੱਚ ਵੀ 2 ਮਹੀਨੇ ਹਨ, ਤੇ ਕੱਤਕ ਤੇ ਅੱਸੂ ਦਾ ਮਹੀਨਾ। ਇਸੇ ਤਰ੍ਹਾਂ ਪੰਜਵੀਂ ਰੁੱਤ ਹੈ ਹਿਮਕਰ ਰੁੱਤ। ਹਿਮਕਰ ਰੁੱਤ ਭਾਵ ਬਰਫ਼ ਵਾਲੀ ਰੁੱਤ, ਜਿਹਦੇ 2 ਮਹੀਨੇ ਹਨ, ਮੱਘਰ ਦਾ ਮਹੀਨਾ ਤੇ ਪੋਹ ਦਾ ਮਹੀਨਾ। ਤੇ 6ਵੀਂ ਰੁੱਤ ਹੈ ਸਾਧ ਸੰਗਤ ਜੀ ਸਿਸਿਅਰ ਰੁੱਤ, ਜਿਹਦੇ 2 ਮਹੀਨੇ ਹਨ, ਮਾਘ ਦਾ ਮਹੀਨਾ ਤੇ ਫੱਗਣ ਦਾ ਮਹੀਨਾ। ਇਹ ਜਿਹੜਾ ਪੋਹ ਦਾ ਮਹੀਨਾ ਹੈ ਨਾ ਸਾਧ ਸੰਗਤ ਜੀ, ਇਹ ਹਿਮਕਰ ਰੁੱਤ ਦਾ ਦੂਸਰਾ ਮਹੀਨਾ ਹੈ। ਪੋਹ ਦੇ ਮਹੀਨੇ ਦੇ ਵਿੱਚ ਭਾਰੀ ਠੰਡ ਹੁੰਦੀ ਹੈ, ਕੱਕਰ ਪੈਂਦਾ ਹੈ, ਕੋਰਾ ਹੈ, ਧੁੰਦ ਪੈਂਦੀ ਹੈ, ਤੇ ਬੜੀ ਠੰਡੀ ਰੁੱਤ ਹੈ। ਤੋ ਮਹਾਰਾਜ ਸਾਹਿਬ ਜੀ ਨੇ 12 ਮਹੀਨਿਆਂ ਦੁਆਰਾ, 6 ਰੁੱਤਾਂ ਦੁਆਰਾ, 7 ਵਾਰਾਂ ਦੁਆਰਾ, 15 ਥਿੱਤਾਂ ਦੁਆਰਾ, ਸਮੇਂ ਦੀ ਛੋਟੀ ਤੋਂ ਛੋਟੀ ਇਕਾਈ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਤੋਂ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹੈ, ਭੂਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੁ। ਪੋਹ ਦੇ ਮਹੀਨੇ ਦੁਆਰਾ ਫਰਮਾਉਂਦੇ ਹੈ ਤੁਖਾਰ ਨਾ ਵਿਆਪਈ। ਤੁਖਾਰ ਦਾ ਅਰਥ ਹੈ ਸਾਧ ਸੰਗਤ ਜੀ ਬਰਫ਼। ਤੁਖਾਰ ਦਾ ਅਰਥ ਹੈ ਕੱਕਰ, ਕੋਰਾ, ਭਾਵ ਹੈ ਠੰਡ, ਪਾਲਾ। ਤੁਖਾਰ ਪਦ ਦੇ ਸਾਧ ਸੰਗਤ ਜੀ ਕਈ ਅਰਥ ਹੈ। ਤੁਖਾਰ ਦਾ ਅਰਥ ਘੋੜੇ ਵੀ ਹੈ, ਤੁਖਾਰ ਦਾ ਅਰਥ ਊਠ ਵੀ ਹੈ। ਜਿਵੇਂ ਬਾਣੀ ਵਿੱਚ ਬਚਨ ਆਉਂਦੇ ਹੈ, ਤਾਜੀ, ਰਥ, ਤੁਖਾਰ, ਹਾਥੀ, ਪਾਖਰੇ। ਇੱਥੇ ਤੁਖਾਰ ਦਾ ਅਰਥ ਊਠ ਹੈ। ਤੁਖਾਰ ਇੱਕ ਦੇਸ਼ ਦਾ ਨਾਮ ਵੀ ਹੈ। ਇੱਕ ਵਿਦਵਾਨ ਨੇ ਤੁਖਾਰ ਪਦ ਦਾ ਅਰਥ ਕੀਤਾ ਹੈ ਕਿ ਜਿਵੇਂ 2 ਸ਼ਬਦ ਹੈ, ਇੱਕ ਬੁਖਾਰ ਹੈ, ਇੱਕ ਤੁਖਾਰ ਹੈ। ਇਹ ਦੋਵੇਂ ਸ਼ਬਦ ਸਰੀਰ ਦੇ ਟੈਂਪਰੇਚਰ ਦੇ ਨਾਲ ਸੰਬੰਧਿਤ ਹੈ। ਜਦੋਂ ਸਰੀਰ ਦਾ ਟੈਂਪਰੇਚਰ ਵੱਧ ਜਾਂਦਾ ਹੈ ਤਾਂ ਬੁਖਾਰ ਚੜ੍ਹ ਜਾਂਦਾ ਹੈ। ਜਦੋਂ ਸਰੀਰ ਦਾ ਟੈਂਪਰੇਚਰ ਘਟ ਜਾਂਦਾ ਹੈ ਤਾਂ ਤੁਖਾਰ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਆ ਵੀ ਇਹ ਬੁਖਾਰਿਆ ਗਿਆ, ਇਹ ਤੁਖਾਰਿਆ ਗਿਆ। ਇਸ ਤਰ੍ਹਾਂ ਵੀ ਇੱਕ ਵਿਦਵਾਨ ਨੇ ਤੁਖਾਰ ਪਦ ਦਾ ਅਰਥ ਕੀਤਾ ਹੈ। ਕਹਿਣ ਤੋਂ ਭਾਵ ਇਹ ਹੈ
ਜਥਾ ਪ੍ਰਕਰਣੰ ਤਥਾ ਅਰਥੰ। ਜਿਹੋ ਜਿਹਾ ਪ੍ਰਕਰਨ ਚੱਲ ਰਿਹਾ ਹੋਵੇ ਗਿਆਨੀ ਸਿੰਘ ਉਹੋ ਜਿਹਾ ਅਰਥ ਕਰਦੇ ਹੈ। ਇੱਕ ਪਦ ਦੇ ਕਈ ਅਰਥ ਹਨ। ਜਿਵੇਂ ਅੱਜ ਜਿਹੜੇ ਨਵੀਨ ਵਿਦਵਾਨ ਹਨ, ਨਵੀਨ ਪ੍ਰਚਾਰਕ ਹਨ, ਉਹ ਕਹਿ ਦਿੰਦੇ ਆ ਵੀ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੋ ਸਕਦਾ ਹੈ। ਪਰ ਸਾਧ ਸੰਗਤ ਜੀ ਐਸਾ ਨਹੀਂ ਹੈ। ਜਿਵੇਂ ਹੁਣ ਇਹ ਪਹਿਲੀ ਪੰਕਤੀ ਹੈ, ਇਹਦੇ ਵਿੱਚ ਬਚਨ ਆਏ ਹੈ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੁ। ਇਹਦੇ ਵਿੱਚ ਹਰੀ ਸ਼ਬਦ ਆਇਆ ਹੈ। ਕੋਸ਼ਾਂ ਦੇ ਵਿੱਚ ਹਰੀ ਪਦ ਦੇ 80-90 ਅਰਥ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਸੰਪਰਦਾਈ ਵਿਦਵਾਨ ਮਹਾਪੁਰਸ਼ ਜਿਹੜੇ ਹੈ ਉਹ ਇੱਕ ਦ੍ਰਿਸ਼ਟਕੂਟ ਪਹੇਲੀ ਬੁਝਾਰਤ ਜਿਹੜੀ ਹੈ ਉਹ ਸੁਣਾਉਂਦੇ ਨੇ ਦੋਹਰੇ ਛੰਦ ਦੇ ਵਿੱਚ ਹਰੀ ਸ਼ਬਦ ਦੇ ਸੰਬੰਧ ਵਿੱਚ ਕਿ ਹਰ ਸ਼ਬਦ ਦੇ ਬਹੁਤ ਅਰਥ ਹੈ। ਸੰਪਰਦਾਈ ਵਿਦਵਾਨ ਇਹ ਦੋਹਰਾ ਬੋਲਦੇ ਹਨ। ਹਰ ਬੋਲਿਓ ਹਰ ਨੇ ਸੁਣਿਓ, ਹਰ ਉਠ ਆਇਓ ਪਾਸ, ਹਰ ਦੇਖਿਓ ਹਰ ਮੇ ਰਮਿਓ, ਹਰ ਉਠ ਗਇਓ ਨਿਰਾਸ। ਇਹ ਸਾਧ ਸੰਗਤ ਜੀ 6 ਵਾਰੀ ਇਹਦੇ ਵਿੱਚ ਹਰ ਸ਼ਬਦ ਆਇਆ ਹੈ। ਹੁਣ ਜੇ ਕਿਸੇ ਤੋਂ ਅਰਥ ਨਾ ਪੜ੍ਹੇ ਹੋਏ ਪਤਾ ਹੀ ਨਹੀਂ ਲੱਗਣਾ। ਤੋ ਸਾਧ ਸੰਗਤ ਜੀ ਇਸ ਦੋਹਰੇ ਦੇ ਵਿੱਚ 3 ਵਾਰੀ ਹਰ ਸ਼ਬਦ ਦਾ ਅਰਥ ਸੱਪ ਹੈ, 2 ਵਾਰੀ ਹਰ ਸ਼ਬਦ ਦਾ ਅਰਥ ਡੱਡੂ ਹੈ ਔਰ 1 ਵਾਰੀ ਹਰ ਸ਼ਬਦ ਦਾ ਅਰਥ ਪਾਣੀ ਹੈ। ਇਸ ਦੋਹਰੇ ਦੇ ਅਰਥ ਇਸ ਤਰ੍ਹਾਂ ਕਰਦੇ ਹੈ ਕਿ ਹਰ ਬੋਲਿਓ, ਇੱਥੇ ਹਰ ਦਾ ਅਰਥ ਹੈ ਡੱਡੂ। ਕਿਸੇ ਦਰਿਆ ਦੇ ਕਿਨਾਰੇ ਦੇ ਉੱਤੇ ਇੱਕ ਡੱਡੂ ਬੋਲਿਆ। ਹਰ ਬੋਲਿਓ ਹਰ ਨੇ ਸੁਣਿਓ। ਜਦੋਂ ਡੱਡੂ ਬੋਲਿਆ ਤਾਂ ਸਾਧ ਸੰਗਤ ਜੀ ਹਰ ਨੇ ਸੁਣਿਓ। ਅੱਗੇ ਹਰ ਪਦ ਦਾ ਅਰਥ ਹੈ ਸੱਪ। ਕੋਈ ਸੱਪ ਸੀ, ਉਸ ਨੇ ਡੱਡੂ ਦੀ ਆਵਾਜ਼ ਨੂੰ ਸੁਣਿਆ। ਹਰ ਉਠ ਆਇਓ ਪਾਸ, ਸੱਪ ਜਿਹੜਾ ਸੀ ਉਹ ਡੱਡੂ ਦੇ ਕੋਲ ਚੱਲ ਕੇ ਆ ਗਿਆ। ਹਰ ਦੇਖਿਓ, ਡੱਡੂ ਨੇ ਦੇਖਿਆ ਵੀ ਸੱਪ ਆ ਗਿਆ ਹੈ। ਹਰ ਮੇ ਰਮਿਓ, ਇੱਥੇ ਹਰ ਦਾ ਅਰਥ ਹੈ ਪਾਣੀ। ਉਹਨੇ ਫੇਰ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ। ਹਰ ਉਠ ਗਇਓ ਨਿਰਾਸ, ਜਿਹੜਾ ਸੱਪ ਸੀ ਨਾ ਸਾਧ ਸੰਗਤ ਜੀ, ਉਹ ਨਿਰਾਸ਼ ਹੋ ਕੇ ਉੱਠ ਕੇ ਚਲਾ ਗਿਆ। ਹੁਣ ਜੇ ਕਿਸੇ ਤੋਂ ਇਹ ਅਰਥ ਸਮਝੇ ਹੋਣਗੇ ਫਿਰ ਵਿਅਕਤੀ ਕਹੇਗਾ ਇਹ ਹਰ ਸ਼ਬਦ ਦਾ ਅਰਥ ਸੱਪ ਹੈ, ਹਰ ਸ਼ਬਦ ਦਾ ਅਰਥ ਪਾਣੀ ਹੈ, ਹਰ ਸ਼ਬਦ ਦਾ ਅਰਥ ਡੱਡੂ ਹੈ, ਹਰ ਸ਼ਬਦ ਦਾ ਅਰਥ ਅਗਨੀ ਹੈ। ਤੋ ਇੱਕ ਪਦ ਦੇ ਬਹੁਤ ਸਾਰੇ ਅਰਥ ਹੋ ਜਾਂਦੇ ਹਨ। ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਮਹਾਪੁਰਸ਼ ਦੋਹਰਾ ਛੰਦ ਬੋਲਦੇ ਹੈ कि सारंग को सारंग चली लेकर सारंग हाथ, जेकर सारंग ना हो तो सारंग करता घात। इस दोहरे दे विच 5 वारी सारंग शब्द वरतिया है ते अर्थ वक्खो वखरे हन। सारंग कहो सारंग चली, पहले सारंग शब्द का अर्थ यह है पानी। सारंग कहो पानी लैन वास्ते सारंग चली। दूसरे सारंग पद का अर्थ है इस्त्री। एक इस्त्री, एक बीबी पानी लैन वास्ते चली। लेकर सारंग हाथ। तीसरे सारंग पद का अर्थ है दीवा। रात के समय चली सी, हथ विच दीवा पकड़िया होया सी। अगे वो विद्वान कहते ने कि सारंग कहो सारंग चली लेकर सारंग हाथ, जेकर सारंग ना हो तो सारंग करता घात। जेकर उस बीबी दे हथ विच सारंग दीवा ना हुंदा तो सारंग करता घात। ते साध संगत जी अगे सारंग पद का अर्थ है सप। कि रात दे समय सामने सप बैठा सी, सप ने मार देना सी, डंग लैना सी।
ਤੋ ਸਾਰੰਗ ਸ਼ਬਦ ਦਾ ਅਰਥ ਸੱਪ ਵੀ ਹੈ, ਸਾਰੰਗ ਦਾ ਅਰਥ ਪਾਣੀ ਵੀ ਹੈ, ਸਾਰੰਗ ਸ਼ਬਦ ਦਾ ਅਰਥ ਦੀਵਾ ਵੀ ਹੈ, ਸਾਰੰਗ ਸ਼ਬਦ ਦਾ ਅਰਥ ਇਸਤਰੀ ਵੀ ਹੈ। ਇੱਕ ਕਵੀ ਸੰਤੋਖ ਸਿੰਘ ਜੀ ਨੇ ਵੀ ਦੋਹਰਾ ਉਚਾਰਨ ਕੀਤਾ ਹੈ ਇਤਿਹਾਸ ਦੇ ਵਿੱਚ, ਜਿਹਦੇ ਵਿੱਚ ਬੇਰੀ ਸ਼ਬਦ ਉਹਨਾਂ ਨੇ 4 ਵਾਰੀ ਵਰਤਿਆ ਹੈ ਔਰ ਚਾਰੇ ਵਾਰੀ ਬੇਰੀ ਪਦ ਦੇ ਅਰਥ ਵੱਖੋ ਵੱਖਰੇ ਹਨ। ਉਹ ਦੋਹਰਾ ਹੈ, ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪ੍ਰਚਾਰ, ਇਹ ਬੇਰੀ ਹੋਇ ਭਾਵ ਸਫਲ ਬਿਨ ਬੇਰੀ ਕਰ ਪਾਰ। ਇਹਦੇ ਅਰਥ ਇਸ ਤਰ੍ਹਾਂ ਕੀਤੇ ਜਾਂਦੇ ਹੈ, ਸਤਿਗੁਰ ਮਮ ਬੇਰੀ ਕਟਹੁ, ਹੇ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਮ ਮੇਰੀ ਬੇਰੀ ਕੱਟੋ, ਮੇਰੀਆਂ ਬੇੜੀਆਂ ਕੱਟ ਦਿਓ। ਇੱਥੇ ਬੇਰੀ ਦਾ ਅਰਥ ਹੈ ਜਿਵੇਂ ਕੈਦੀਆਂ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਜਾਂਦੀਆਂ, ਹੱਥਾਂ ਦੇ ਵਿੱਚ ਹੱਥਕੜੀਆਂ ਪਾਈਆਂ ਜਾਂਦੀਆਂ, ਜਿਹੜੀਆਂ ਲੋਹੇ ਦੀਆਂ ਜੰਜੀਰਾਂ ਹੁੰਦੀਆਂ। ਇੱਥੇ ਬੇਰੀ ਦਾ ਅਰਥ ਹੈ ਬੇੜੀਆਂ। ਸਤਿਗੁਰੂ ਜੀ ਮੇਰੀ ਜਿਹੜੀ ਜਨਮ ਮਰਨ ਦੀ ਬੇੜੀ ਹੈ ਨਾ, ਜਨਮ ਮਰਨ ਦੇ ਜਿਹੜੇ ਬੰਧਨ ਹਨ, ਉਹ ਸੱਚੇ ਪਾਤਸ਼ਾਹ ਜੀ ਮੇਰੇ ਕੱਟ ਦੇਵੋ। ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪ੍ਰਚਾਰ। ਹੁਣ ਅੱਗੇ ਹੈ ਨਿਜ ਬੇਰੀ। ਇੱਥੇ ਬੇਰੀ ਪਦ ਦਾ ਅਰਥ ਹੈ ਕਿਸ਼ਤੀ, ਨੌਕਾ, ਬੇੜੀ। ਮਹਾਰਾਜ ਨਿਜ ਬੇਰੀ ਪ੍ਰਚਾਰ, ਆਪਣੇ ਨਾਮ ਰੂਪੀ ਬੇੜੀ ਦੇ ਉੱਤੇ ਚਾੜ ਕੇ ਮੇਰੀਆਂ ਬੇੜੀਆਂ ਕੱਟ ਦੇਵੋ। ਫਿਰ ਤੀਸਰਾ ਬਚਨ ਇਹ ਹੈ ਕਿ ਇਹ ਬੇਰੀ ਹੋਇ ਭਾਵ ਸਫਲ। ਹੁਣ ਇਹ ਤੀਸਰਾ ਜਿਹੜਾ ਬੇਰੀ ਪਦ ਹੈ, ਇਹਦਾ ਅਰਥ ਹੈ ਇਹ ਬੇਰੀ। ਬੇਰੀ ਦਾ ਇੱਥੇ ਅਰਥ ਹੈ ਵਾਰੀ। ਇਸ ਵਾਰੀ ਮਹਾਰਾਜ ਮੇਰਾ ਜਨਮ ਸਫਲਾ ਹੋ ਜਾਵੇ, ਕਿਉਂਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਬਹੁਤੇ ਫੇਰ ਭਏ ਕਿਰਪਨ ਕਉ, ਅਬ ਕਿਛ ਕਿਰਪਾ ਕੀਜੈ। ਜਿਸ ਤਰ੍ਹਾਂ ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ ਹੈ ਕਿ ਨਾ ਬੂਧ ਹੀਚ ਨਿਸ਼ਾਨ ਹਾ ਜੇ ਆਸਮਾਨੂ ਜ਼ਮੀਂ, ਕਿ ਸ਼ੌਕੇ ਰੂਏ ਤੂੰ ਆਵੁਰਦ ਦਰ ਸਜੂਦ ਮਰਾ। ਕਿ ਮਹਾਰਾਜ ਮੈਂ ਉਦੋਂ ਦਾ ਆਪ ਜੀ ਦੇ ਦਰਸ਼ਨਾਂ ਵਾਸਤੇ ਤੁਰਿਆ ਹੋਇਆ ਹਾਂ ਜਦੋਂ ਨਾ ਜ਼ਮੀਨ ਸੀ, ਨਾ ਆਸਮਾਨ ਸੀ, ਨਾ ਧਰਤੀ ਸੀ, ਕੁਝ ਵੀ ਨਹੀਂ ਸੀ, ਧੁੰਦ ਹੀ ਧੁੰਦ ਸੀ, ਅਤੇ ਮੈਂ ਧੁੰਦ ਦੇ ਇੱਕ ਛੋਟਾ ਜਿਹਾ ਕਣ ਸੀ। ਉਸ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਤੁਰਿਆ ਹਾਂ। ਤੋ ਸਾਧ ਸੰਗਤ ਜੀ ਵਿਚਾਰ ਇਹ ਚੱਲ ਰਹੀ ਸੀ ਕਿ ਸਤਿਗੁਰ ਮਮ ਬੇਰੀ ਕੱਟੋ ਨਿਜ ਬੇਰੀ ਪ੍ਰਚਾਰ, ਇਹ ਬੇਰੀ ਹੋਇ ਭਾਵ ਸਫਲ ਬਿਨ ਬੇਰੀ ਕਰ ਪਾਰ। ਚੌਥਾ ਬੇਰੀ ਸ਼ਬਦ ਹੈ ਬਿਨ ਬੇਰੀ। ਇੱਥੇ ਬੇਰੀ ਦਾ ਅਰਥ ਹੈ ਦੇਰੀ। ਬਿਨਾਂ ਦੇਰੀ ਤੋਂ ਮਹਾਰਾਜ ਮੇਰਾ ਪਾਰ ਉਤਾਰਾ ਕਰ ਦੇਵੋ। ਤੋ ਇੱਕ ਬੇਰੀ ਪਦ ਦਾ ਅਰਥ ਸੰਗਲ ਹੈ, ਦੂਸਰਾ ਬੇਰੀ ਪਦ ਦਾ ਅਰਥ ਸਾਧ ਸੰਗਤ ਜੀ ਨੌਕਾ ਹੈ, ਕਿਸ਼ਤੀ ਹੈ। ਤੀਸਰਾ ਬੇਰੀ ਪਦ ਦਾ ਅਰਥ ਵਾਰੀ ਹੈ। ਚੌਥਾ ਬੇਰੀ ਪਦ ਦਾ ਅਰਥ ਦੇਰੀ ਹੈ। ਤੋ ਇੱਕ ਪਦ ਦੇ ਕਿਤਨੇ ਅਰਥ ਹਨ? ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਇੱਕ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ ਵੀ ਇੱਕ ਦੋਹਰਾ ਉਚਾਰਨ ਕੀਤਾ। ਉਹਦੇ ਵਿੱਚ 4 ਵਾਰੀ ਅਰਜਨ ਸ਼ਬਦ ਵਰਤਿਆ ਹੈ ਅਤੇ ਅਰਥ ਵੱਖੋ ਵੱਖਰੇ ਹਨ। ਉਹ ਦੋਹਰਾ ਹੈ ਸ੍ਰੀ ਅਰਜਨ ਅਰਜਨ ਸੁਨਤ ਅਰਜਨ ਜਸ ਵਿਸਤਾਰ, ਬਾਣੀ ਅਰਜਨ ਬਾਣ ਜਿਨ ਬੰਧਨ ਪਦ ਸਿਰ ਧਾਰ। ਇਸ ਦੋਹਰੇ ਦੇ ਵਿੱਚ ਵੀ 4 ਵਾਰੀ ਅਰਜਨ ਸ਼ਬਦ ਵਰਤਿਆ ਹੈ ਔਰ ਅਰਥ ਵੱਖੋ ਵੱਖਰੇ ਹਨ। ਸ੍ਰੀ ਅਰਜਨ ਸੋਭਾ ਵਾਲੇ ਸੁਭਾਏ ਮਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਪਹਿਲੇ ਅਰਜਨ ਪਦ ਦਾ ਅਰਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੈ। ਸ੍ਰੀ ਅਰਜਨ ਅਰਜਨ ਸੁਨਤ। ਦੂਸਰਾ ਅਰਜਨ ਪਦ ਦਾ ਅਰਥ ਹੈ ਅਰਜ਼। ਫਾਰਸੀ ਅਰਬੀ ਅਨੁਸਾਰ ਅਰਜ਼ ਦਾ ਅਰਥ ਹੁੰਦਾ ਹੈ ਬੇਨਤੀਆਂ, ਗੁਜ਼ਾਰਿਸ਼ਾਂ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ
ਅਰਜਨ ਸੁਨਤ ਆਪਣੇ ਦਾਸਾਂ ਦੀਆਂ ਬੇਨਤੀਆਂ ਸੁਣਦੇ ਹਨ। ਤੇ ਅਰਜਨ ਜਸ ਵਿਸਤਾਰ, ਤੀਸਰੇ ਅਰਜਨ ਪਦ ਦਾ ਅਰਥ ਹੈ ਉਜਲ। ਜਿਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਜਸ ਹੈ ਬੜਾ ਹੀ ਉਜਲ ਹੈ। ਫਿਰ ਚੌਥਾ ਅਰਜਨ ਪਦ ਦਾ ਅਰਥ ਹੈ ਬਾਣੀ ਅਰਜਨ ਬਾਣ ਜਿਨ, ਜਿਨ੍ਹਾਂ ਦੀ ਜਿਹੜੀ ਬਾਣੀ ਹੈ ਨਾ ਗੁਰੂ ਅਰਜਨ ਦੇਵ ਜੀ ਦੀ, ਜਿਵੇਂ ਪਾਂਡਵਾਂ ਦਾ ਜਿਹੜਾ ਭਰਾ ਸੀ ਅਰਜਨ, ਉਹਦੇ ਜਿਵੇਂ ਤੀਰ ਬੜੇ ਅਮੋਘ ਸੀ, ਨਿਸ਼ਾਨੇ 'ਤੇ ਜਾ ਕੇ ਵੱਜਦੇ ਸੀ, ਅਚੂਕ ਸੀ। ਤੇ ਗੁਰੂ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਾ ਉਹ ਹਿਰਦਿਆਂ ਨੂੰ ਵਿੰਨ ਦਿੰਦੀ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਤੋ ਗੁਰੂ ਸਾਹਿਬ ਜੀ ਦੀ ਬਾਣੀ ਹਿਰਦਿਆਂ ਨੂੰ ਵਿੰਨਣ ਵਾਲੀ ਹੈ। ਅੱਗੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਬੰਧਨ ਪਦ ਸਿਰ ਧਾਰ। ਮੈਂ ਐਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਬੇਅੰਤ ਬੇਅੰਤ ਵਾਰੀ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ। ਤੋ ਕਹਿਣ ਤੋਂ ਭਾਵ ਇਹ ਹੈ, ਇੱਕ ਪਦ ਦੇ ਬਹੁਤ ਜ਼ਿਆਦਾ ਅਰਥ ਹਨ। ਕਈ ਜਿਵੇਂ ਅੱਜ ਨਵੀਨ ਜਿਹੜੇ ਵਿਦਵਾਨ ਹਨ, ਪ੍ਰਚਾਰਕ ਹਨ, ਉਹ ਇਸ ਤਰ੍ਹਾਂ ਸੰਗਤਾਂ ਨੂੰ ਕਹਿ ਦਿੰਦੇ ਹੈ, ਕਹਿੰਦੇ ਦੇਖੋ ਮਹਾਰਾਜ ਜੀ ਨੇ ਕਿਹਾ ਦੇਹ ਸਿਵਾ ਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਜੀ ਤੋਂ ਵਰ ਮੰਗਿਆ ਹੈ। ਪਰ ਸਾਧ ਸੰਗਤ ਜੀ ਜਦੋਂ ਕਥਾ ਸੁਣੀ ਹੋਏਗੀ, ਪਤਾ ਹੋਏਗਾ ਵੀ ਇੱਕ ਪਦ ਦੇ ਕਈ ਅਰਥ ਹੁੰਦੇ ਆ, ਫਿਰ ਅਸੀਂ ਉਦੋਂ ਹੀ ਸਮਝ ਜਾਵਾਂਗੇ। ਉੱਥੇ ਸ਼ਿਵ ਦਾ ਅਰਥ ਸ਼ਿਵ ਜੀ ਨਹੀਂ ਹੈ, ਸ਼ਿਵ ਦਾ ਅਰਥ ਹੈ ਕਲਿਆਣ ਸਰੂਪ ਵਾਹਿਗੁਰੂ। ਗੁਰਬਾਣੀ ਦੇ ਵਿੱਚ ਵੀ ਬੜੀ ਵਾਰ ਸ਼ਿਵ ਸ਼ਬਦ ਆਇਆ ਹੈ, ਉੱਥੇ ਵੀ ਅਰਥ ਕਲਿਆਣ ਸਰੂਪ ਵਾਹਿਗੁਰੂ ਹੈ। ਜਾਂ ਇਸ ਤਰ੍ਹਾਂ ਕਹਿ ਦਿੰਦੇ ਆ ਆ ਰਾਮ ਸ਼ਬਦ ਹੈ, ਰਾਮ ਸ਼ਬਦ ਦਾ ਅਰਥ ਵੀ ਰਮਿਆ ਹੋਇਆ ਹੋਣ ਕਰਕੇ ਰਾਮ ਇਹ ਵੀ ਵਾਹਿਗੁਰੂ ਜੀ ਦਾ ਵਾਚਕ ਹੈ। ਹਰੀ ਹੈ, ਗੋਬਿੰਦ ਹੈ, ਮਾਧੋ ਹੈ, ਧਰਨੀਧਰ ਹੈ, ਗੋਪਾਲ ਹੈ, ਇਹ ਸਾਰੇ ਵਾਹਿਗੁਰੂ ਜੀ ਦੇ ਵਾਚਕ ਹਨ। ਜਾਂ ਗੁਰਬਾਣੀ ਵਿੱਚ ਇਹ ਬਚਨ ਆਉਂਦੇ ਹੈ, ਵਵਾ ਬਾਰ ਬਾਰ ਬਿਸਨ ਸੰਹਾਰ, ਬਿਸਨ ਸੰਹਾਰ ਨਾ ਆਵੈ ਹਾਰ। ਵਾਵੇ ਅੱਖਰ ਦੁਆਰਾ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਬਾਰ ਬਾਰ ਬਿਸਨ ਸੰਹਾਰ, ਵਾਰ ਵਾਰ ਤੂੰ ਵਿਸ਼ਨੂੰ ਨੂੰ ਚੇਤੇ ਕਰ। ਹੁਣ ਇੱਥੇ ਵਿਸ਼ਨੂੰ ਦਾ ਅਰਥ ਕੋਈ ਦੇਵਤਾ ਨਹੀਂ ਹੈ, ਇੱਥੇ ਵਿਸ਼ਨੂੰ ਦਾ ਅਰਥ ਹੈ ਵਿਸ਼ ਅਨੂ। ਵਿਸ਼ ਨਾਮ ਹੈ ਸੰਸਾਰ ਦਾ, ਅਨੂ ਨਾਮ ਹੈ ਚੇਸ਼ਟਾ ਦਾ। ਜੋ ਸਾਰੇ ਸੰਸਾਰ ਦੀ ਕਿਰਿਆ ਕਰ ਰਿਹਾ ਹੈ ਉਹ ਹੈ ਵਾਹਿਗੁਰੂ ਵਿਸ਼ਨੂੰ। ਤੇ ਗੁਰੂ ਸਾਹਿਬ ਜੀ ਨੇ ਤਾਂ ਬਾਣੀ ਦੇ ਵਿੱਚ ਕਿਹਾ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਊ। ਅਸੀਂ ਕ੍ਰਿਸ਼ਨ ਜੀ ਨੂੰ, ਵਿਸ਼ਨੂੰ ਜੀ ਨੂੰ ਕਦੀ ਨਹੀਂ ਧਿਆਉਂਦੇ ਹਾਂ। ਤੋ ਗੁਰਬਾਣੀ 'ਚ ਮਹਾਰਾਜ ਜੀ ਨੇ ਕਿਹਾ ਵਵਾ ਬਾਰ ਬਾਰ ਬਿਸਨ ਸੰਹਾਰ, ਬਿਸਨ ਸੰਹਾਰ ਨਾ ਆਵੈ ਹਾਰ। ਜੇ ਤੁਸੀਂ ਵਿਸ਼ਨੂੰ ਨੂੰ ਚੇਤੇ ਕਰੋਗੇ, ਭਾਵ ਜੋ ਵਿਸ਼ਵ ਦੀ ਕਿਰਿਆ ਕਰਾ ਰਿਹਾ ਹੈ ਉਸ ਵਾਹਿਗੁਰੂ ਨੂੰ ਚੇਤੇ ਕਰੋਗੇ, ਤੁਸੀਂ ਕਦੀ ਹਾਰੋਗੇ ਨਹੀਂ। ਤੁਸੀਂ ਹਮੇਸ਼ਾ ਇਹ ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਓਗੇ। ਇਸੇ ਤਰ੍ਹਾਂ ਸ਼ੰਕਾਵਾਦੀ ਉਹ ਇਸ ਤਰ੍ਹਾਂ ਪ੍ਰਚਾਰ ਕਰਦੇ ਆ, ਇਹ ਦੇਖੋ ਅਰਦਾਸ ਤੁਸੀਂ ਕਰਦੇ ਹੋ ਸ੍ਰੀ ਭਗਉਤੀ ਜੀ ਸਹਾਏ। ਇਹ ਭਗਉਤੀ ਕੋਈ ਦੇਵੀ ਦਾ ਵਾਚਕ ਹੈ, ਦੁਰਗਾ ਦਾ ਵਾਚਕ ਹੈ। ਪਰ ਜਦੋਂ ਸਾਧ ਸੰਗਤ ਜੀ ਸਾਨੂੰ ਪਤਾ ਹੋਏਗਾ ਵੀ ਭਗਉਤੀ ਦੇ ਬਹੁਤ ਅਰਥ ਹੈ। ਭਗਉਤੀ ਦਾ ਅਰਥ ਸ੍ਰੀ ਸਾਹਿਬ ਵੀ ਹੈ, ਭਗਉਤੀ ਦਾ ਅਰਥ ਸ਼ਕਤੀ ਵੀ ਹੈ। ਤੇ ਗੁਰਬਾਣੀ 'ਚ ਭਗਉਤੀ ਦਾ ਅਰਥ ਕੀਤਾ ਸੋ ਭਗਉਤੀ ਜੋ ਭਗਵੰਤੈ ਜਾਣੈ। ਜਿਹੜਾ ਰੱਬ ਨੂੰ ਜਾਣਦਾ ਹੈ ਨਾ ਉਹਨੂੰ ਭਗਉਤੀ ਕਹਿੰਦੇ ਹੈ, ਭਗਤ ਨੂੰ ਵੀ ਭਗਉਤੀ ਕਹਿੰਦੇ ਹੈ। ਤੇ ਵਾਹਿਗੁਰੂ ਜੀ ਦਾ ਨਾਮ ਵੀ ਭਗਉਤੀ ਹੈ। ਤੇ ਜੇ ਨਾ ਪਤਾ ਹੋਏਗਾ ਫਿਰ ਉਹ ਗੁੰਮਰਾਹ ਕੁਨ ਪ੍ਰਚਾਰ ਜਿਹੜਾ ਹੈ ਉਹ ਮਨ 'ਤੇ ਅਸਰ ਕਰ ਜਾਏਗਾ ਵੀ ਸ਼ਾਇਦ ਇਹ ਕਿਸੇ ਦੇਵੀ ਦੀ ਆਰਾਧਨਾ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਜਾਂ ਕ੍ਰਿਸ਼ਨ ਸ਼ਬਦ ਆਇਆ ਗੁਰਬਾਣੀ ਵਿੱਚ, ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ।
ਹੁਣ ਕ੍ਰਿਸ਼ਨ ਦਾ ਅਰਥ ਕੀ ਹੈ? ਸ੍ਰੀ ਕ੍ਰਿਸ਼ਨ ਜੀ ਨਹੀਂ ਹੈ ਇੱਥੇ, ਇੱਥੇ ਹੈ ਕ੍ਰਿਸ਼ਨਾ। ਕ੍ਰਿਸ਼ ਦਾ ਅਰਥ ਹੈ ਨਾਸ, ਨਾਸ ਹੋਣਾ, ਤੇ ਨਾ ਦਾ ਅਰਥ ਹੈ ਨਹੀਂ। ਜਿਹੜਾ ਨਾਸ ਨਹੀਂ ਹੁੰਦਾ ਹੈ ਉਸ ਦਾ ਨਾਮ ਕ੍ਰਿਸ਼ਨ ਹੈ। ਜਾਂ ਕ੍ਰਿਸ਼ ਦਾ ਅਰਥ ਹੈ ਕਮਜ਼ੋਰ, ਨਾ ਦਾ ਅਰਥ ਹੈ ਨਹੀਂ। ਜਿਹੜਾ ਕਮਜ਼ੋਰ ਨਹੀਂ ਹੈ, ਬਲਵਾਨ ਹੈ, ਸ਼ਕਤੀਸ਼ਾਲੀ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ ਹੈ, ਜਿਸ ਦੇ ਬਲ ਨੂੰ ਕੋਈ ਗਾ ਨਹੀਂ ਸਕਦਾ, ਉਸ ਦਾ ਨਾਮ ਕ੍ਰਿਸ਼ਨ ਹੈ। ਗਾਵੇ ਕੋ ਤਾਣ, ਹੋਵੇ ਕਿਸੈ ਤਾਣ। ਕਈ ਵਾਰ ਇਸ ਤਰ੍ਹਾਂ ਵੀ ਕਹਿ ਦਿੰਦੇ ਐ, ਕਹਿੰਦੇ ਆ ਚੌਪਈ ਸਾਹਿਬ ਜੀ ਦਾ ਤੁਸੀਂ ਪਾਠ ਕਰਦੇ ਹੋ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਇਹ ਕਿਰਪਾ ਕਰੀ, ਇਹ ਤਾਂ 10ਵੇਂ ਪਾਤਸ਼ਾਹ ਜੀ ਕਹੀ ਜਾਂਦੇ ਐ, ਸਾਡੇ ਤੇ ਕਿਰਪਾ ਕੀਤੀ ਹੈ ਜਗ ਮਾਤਾ, ਜਗਤ ਦੀ ਮਾਤਾ ਨੇ। ਕੋਈ ਚੰਡੀ ਨੇ ਕਿਰਪਾ ਕਰਤੀ ਜਾਂ ਕੋਈ ਕਾਲਕਾ ਨੇ ਕਰ ਦਿੱਤੀ। ਤੇ ਗ੍ਰੰਥ ਕਰਾ ਪੂਰਨ, ਇਸ ਕਰਕੇ ਅਸੀਂ ਇਹ ਗ੍ਰੰਥ, ਉਹ ਦੇਵੀ ਨੇ ਕਿਰਪਾ ਕੀਤੀ ਤਾਂ ਇਹ ਗ੍ਰੰਥ ਨੂੰ ਪੂਰਨ ਕੀਤਾ ਹੈ। ਇਹ 2 ਪੰਕਤੀਆਂ ਤਾਂ ਸਾਧ ਸੰਗਤ ਜੀ ਸੁਣਾ ਦਿੰਦੇ ਐ, ਲੇਕਿਨ ਅਗਲੀਆਂ 2 ਪੰਕਤੀਆਂ ਨਹੀਂ ਸੁਣਾਉਂਦੇ, ਕਿਉਂਕਿ ਇਹਨਾਂ 2 ਪੰਕਤੀਆਂ ਦਾ ਅਰਥ ਅਗਲੀਆਂ 2 ਪੰਕਤੀਆਂ ਸੁਣ ਕੇ ਖੁੱਲ੍ਹੇਗਾ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਛੈ ਕਰਤਾ। ਜੇ ਮਾਤਾ ਹੁੰਦੀ ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਉਚਾਰਨ ਕਰਨਾ ਸੀ ਕਿਲ ਬਿਖ ਸਕਲ ਦੇਹ ਕੋ ਹਰਤੀ, ਪਰ ਉੱਥੇ ਤੇ ਸ਼ਬਦ ਹੈ ਹਰਤਾ। ਮਹਾਰਾਜ ਜੀ ਨੇ ਇਹ ਉਚਾਰਨ ਕਰਨਾ ਸੀ ਦੁਸ਼ਟ ਦੋਖੀਨ ਕੋ ਛੈ ਕਰਤੀ, ਜੇ ਮਾਤਾ ਹੁੰਦਾ, ਪਰ ਉੱਥੇ ਸ਼ਬਦ ਹੈ ਕਰਤਾ, ਪੁਲਿੰਗ ਸ਼ਬਦ ਹੈ। ਫਿਰ ਉਹ ਮਾਤਾ ਕਿਹੜੀ ਹੈ? ਉਹ ਮਾਤਾ ਉਹੀ ਹੈ ਜਿਹਨੂੰ ਰੋਜ਼ਾਨਾ ਅਰਦਾਸ ਵਿੱਚ ਆਪਾਂ ਕਹਿੰਦੇ ਹਾਂ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਜਿਹਨੂੰ ਕਹਿੰਦੇ ਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹ ਮਾਤਾ ਕਿਹੜੀ ਹੈ? ਜਿਹਨੂੰ ਕਹਿੰਦੇ ਆ ਹਰ ਜੀ ਪਿਤਾ, ਹਰ ਜੀ ਮਾਤਾ। ਵਾਹਿਗੁਰੂ ਹੀ ਮਾਤਾ ਹਨ, ਵਾਹਿਗੁਰੂ ਹੀ ਪਿਤਾ ਹਨ। ਪਰ ਜੇ ਸਾਨੂੰ ਪਤਾ ਨਾ ਹੋਵੇ ਫਿਰ ਅਸੀਂ ਸੁਣ ਕੇ ਕਵਾਂਗੇ ਵੀ ਸ਼ਾਇਦ ਇਹ 10ਮ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਕਿਸੇ ਦੇਵੀ ਦੀ ਉਪਾਸਨਾ ਕੀਤੀ ਹੈ। ਤੋ ਇਹ ਤਾਂ ਇਹ ਸਾਰੀ ਵਿਚਾਰ ਸਾਧ ਸੰਗਤ ਜੀ ਕੀਤੀ ਗਈ ਹੈ ਕਿ ਇੱਕ ਪਦ ਦੇ ਬਹੁਤ ਅਰਥ ਹੁੰਦੇ ਹੈ। ਤੋ ਪਹਿਲੀ ਪੰਕਤੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹੈ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਪੋਹ ਦੇ ਮਹੀਨੇ ਦੇ ਵਿੱਚ ਤੁਖਾਰ ਦਾ ਅਰਥ ਹੈ ਠੰਡ, ਪਾਲਾ। ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਠੰਡ ਨਹੀਂ ਲੱਗਦੀ। ਕੰਠ ਮਿਲਿਆ ਹਰ ਨਾਹੂ, ਜਿਨ੍ਹਾਂ ਦੇ ਕੰਠ ਦੇ ਵਿੱਚ, ਗਲੇ ਦੇ ਵਿੱਚ ਹਰ ਕੀ, ਜੋ ਹਰ ਥਾਂ 'ਤੇ ਮੌਜੂਦ ਹਨ, ਵਾਹਿਗੁਰੂ ਜੋ ਹਰੇਕ ਵਿੱਚ ਆਏ ਹੋਏ ਹਨ, ਜੋ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਨ, ਅਤੇ ਜੋ ਨਾ ਹੋ ਕੀ ਪਤੀ ਹਨ, ਮਾਲਕ ਹਨ, ਐਸੇ ਵਾਹਿਗੁਰੂ ਜੀ ਦਾ ਨਾਮ ਜਿਨ੍ਹਾਂ ਦੇ ਕੰਠ ਵਿੱਚ ਮਿਲਿਆ ਹੁੰਦਾ ਹੈ, ਉਹਨਾਂ ਨੂੰ ਸਾਧ ਸੰਗਤ ਜੀ ਠੰਡ ਨਹੀਂ ਲੱਗਦੀ ਹੈ। ਸਾਧ ਸੰਗਤ ਜੀ ਇਹ ਜਿਹੜਾ ਪੋਹ ਦਾ ਮਹੀਨਾ ਹੈ ਨਾ, ਇਹ ਸ਼ਹੀਦੀ ਮਹੀਨਾ ਹੈ। ਸਿੱਖ ਪੰਥ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਪੋਹ ਦੇ ਮਹੀਨੇ ਦਾ ਬਹੁਤ ਵੱਡਾ ਮਹੱਤਵ ਹੈ। ਇਹ ਪੋਹ ਦੇ ਮਹੀਨੇ ਦੇ ਵਿੱਚ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਇਹ ਸ਼ਬਦ ਜੁੜਿਆ ਸੀ, ਸਰਬੰਸ ਦਾਨੀ। ਪੋਹ ਦੇ ਮਹੀਨੇ ਦੇ ਵਿੱਚ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਧੰਨ ਧੰਨ ਅਮਰ ਸ਼ਹੀਦ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ, ਚਮਕੌਰ ਸਾਹਿਬ ਜੀ ਦੇ ਸਾਕੇ 40 ਸਿੰਘਾਂ ਦੀ ਸ਼ਹੀਦੀ, ਤੇ
ਸਰਸਾ ਨਦੀ ਤੇ 250 ਸਿੰਘਾਂ ਦੀ ਸ਼ਹੀਦੀ, ਬੇਅੰਤ ਸਿੰਘਾਂ ਦੀ ਸ਼ਹੀਦੀ ਇਸ ਪੋਹ ਦੇ ਮਹੀਨੇ ਦੇ ਵਿੱਚ ਹੋਈ ਹੈ। ਤੇ ਸਿੱਖ ਪੰਥ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਇਹ ਪੋਹ ਦੇ ਮਹੀਨੇ ਨੂੰ ਸ਼ਹੀਦੀ ਮਹੀਨਾ ਕਹਿੰਦੇ ਹੈ। ਪੋਹ ਦੇ ਮਹੀਨੇ ਵਿੱਚ ਇੰਨੀਆਂ ਸ਼ਹੀਦੀਆਂ ਹੋਈਆਂ ਸਾਧ ਸੰਗਤ ਜੀ ਕਿ ਵਿਸ਼ਵ ਦੇ ਕਿਸੇ ਧਰਮ ਦੇ ਵਿੱਚ ਇੰਨੀਆਂ ਸ਼ਹੀਦੀਆਂ ਨਹੀਂ ਹੋਈਆਂ। ਇਹ ਸਾਰੀਆਂ ਸ਼ਹੀਦੀਆਂ ਸਾਧ ਸੰਗਤ ਜੀ ਜ਼ਰ ਜ਼ੋਰੂ ਜ਼ਮੀਨ ਵਾਸਤੇ ਨਹੀਂ ਹੋਈਆਂ। ਦੁਨੀਆ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ ਉਹ ਜ਼ਰ ਵਾਸਤੇ ਹੋਈਆਂ, ਕੋਈ ਪੈਸੇ ਵਾਸਤੇ ਹੋਈ ਹੈ, ਕੋਈ ਇਸਤਰੀ ਵਾਸਤੇ ਹੋਈ ਹੈ, ਕੋਈ ਜ਼ਮੀਨ ਵਾਸਤੇ ਹੋਈ ਹੈ। ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀਆਂ ਜੰਗਾਂ ਕੀਤੀਆਂ ਨਾ ਸਾਧ ਸੰਗਤ ਜੀ, ਇਹ ਧਰਮ ਯੁੱਧ ਹੋਏ ਹੈ। ਇਹ ਮਜ਼ਲੂਮ ਵਾਸਤੇ ਹਨ, ਇਹ ਜ਼ੁਲਮ ਵਾਸਤੇ ਹਨ। ਸੋ ਇਹ ਪੋਹ ਦਾ ਮਹੀਨਾ ਸ਼ਹੀਦੀ ਮਹੀਨਾ ਹੈ। ਤੋਂ ਪਹਿਲੀ ਪੰਕਤੀ ਦੇ ਵਿੱਚ ਫਰਮਾਉਂਦੇ ਆ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੂ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੁੰਦਾ ਹੈ। ਸਾਧ ਸੰਗਤ ਜੀ, ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਆਪਣੀ ਸਵੈ ਜੀਵਨੀ ਲਿਖੀ ਹੈ, ਆਪਣੇ ਪਿਛਲੇ ਜਨਮ ਦੀ ਕਥਾ ਲਿਖੀ ਹੈ। ਔਰ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ ਨੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, ਸਪਤ ਸ੍ਰਿੰਗ ਤਿਹ ਨਾਮ ਕਹਾਵਾ, ਪੰਡ ਰਾਜ ਜਹ ਜੋ ਕਮਾਵਾ, ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਮਹਾਰਾਜ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ ਨੇ, ਹੇਮਕੁੰਟ ਪਰਬਤ ਹੈ ਜਹਾਂ। ਹੇਮ ਦਾ ਅਰਥ ਹੈ ਬਰਫ਼, ਬਰਫ਼ ਦੇ ਪਹਾੜ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, 7 ਚੋਟੀਆਂ ਹਨ। ਤਹ ਹਮ ਅਦਕ ਤਪੱਸਿਆ ਸਾਧੀ। ਉੱਥੇ ਮਹਾਰਾਜ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਅਸੀਂ ਭਾਰੀ ਤਪੱਸਿਆ ਕੀਤੀ, ਭਾਰੀ ਬੰਦਗੀ ਕੀਤੀ ਵਾਹਿਗੁਰੂ ਦੀ। ਤੇ ਸਾਧ ਸੰਗਤ ਜੀ, ਹੇਮਕੁੰਟ ਸਾਹਿਬ 10 ਮਹੀਨੇ ਬਰਫ਼ ਹੀ ਪੈਂਦੀ ਹੈ ਤੇ 2 ਮਹੀਨੇ ਬਰਫ਼ ਪਿੰਘਲਦੀ ਹੈ। ਤੇ ਬਰਫ਼ ਵਿੱਚ ਕੌਣ ਬੈਠ ਸਕਦਾ ਹੈ? ਇੰਨੀ ਠੰਡ। ਮਹਾਰਾਜ ਕਹਿੰਦੇ ਅਸੀਂ ਉੱਥੇ ਭਜਨ ਕੀਤਾ। ਤੋ ਕਿਵੇਂ ਭਜਨ ਕੀਤਾ? ਕਿਉਂਕਿ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹੂ। ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੁੰਦਾ ਹੈ ਉਹਨਾਂ ਨੂੰ ਠੰਡ ਨਹੀਂ ਲੱਗਦੀ ਹੈ। ਨਾਮ ਵਿੱਚ ਸਾਧ ਸੰਗਤ ਜੀ ਇਹ ਤਾਕਤ ਹੈ। ਛੋਟੇ ਸਾਹਿਬਜ਼ਾਦੇ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਨਿੱਕੀਆਂ ਜਿੰਦਾਂ ਵੱਡੇ ਬਾਬੇ। ਧੰਨ ਧੰਨ ਅਮਰ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਜੀ, ਧੰਨ ਧੰਨ ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਅਮਰ ਸ਼ਹੀਦ ਮਾਤਾ ਗੁਜਰ ਕੌਰ ਜੀ। ਸਾਧ ਸੰਗਤ ਜੀ, ਠੰਡੇ ਬੁਰਜ ਦੇ ਵਿੱਚ ਕੈਦ ਕੀਤਾ। ਠੰਡਾ ਬੁਰਜ ਵੀ ਇਹੋ ਜਿਹਾ ਸੀ ਕਿ ਉਹਦੇ ਇਰਦ ਗਿਰਦ ਪਾਣੀ ਸੀ ਔਰ ਹੰਸਲਾ ਨਦੀ ਵਗਦੀ ਸੀ। ਤੇ ਜਿਹੜਾ ਵਜ਼ੀਰ ਖਾਂ ਸੀ ਨਾ ਸਾਧ ਸੰਗਤ ਜੀ, ਇਹ ਗਰਮੀਆਂ ਦੇ ਵਿੱਚ ਠੰਡੇ ਬੁਰਜ ਵਿੱਚ ਬੈਠਦਾ ਸੀ। ਕਿਉਂਕਿ ਜਦੋਂ ਹਵਾਵਾਂ ਉਸ ਪਾਣੀ ਦੇ ਨਾਲ ਟੱਚ ਕਰਕੇ ਤੇ ਸਾਧ ਸੰਗਤ ਜੀ ਬੁਰਜ ਵੱਲ ਨੂੰ ਜਾਂਦੀਆਂ ਸੀ ਤਾਂ ਗਰਮੀਆਂ ਵਿੱਚ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਏਸੀ ਦੇ ਵਿੱਚ ਬੰਦਾ ਬੈਠਾ ਹੁੰਦਾ ਹੈ। ਇੰਨਾ ਉੱਥੇ ਇੰਨੀ ਜ਼ਿਆਦਾ ਠੰਡ ਸੀ ਠੰਡੇ ਬੁਰਜ ਦੇ ਵਿੱਚ। ਤੇ ਸਾਧ ਸੰਗਤ ਜੀ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਰਧ ਨੂੰ, ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਠੰਡ ਬਹੁਤ ਲੱਗਦੀ ਹੈ। ਤੇ ਵਜ਼ੀਰ ਖਾਂ ਨੇ 7 ਸਾਲ ਦੀ ਉਮਰ ਤੇ 9 ਸਾਲ ਦੀ ਉਮਰ ਦੇ ਵਿੱਚ ਤੇ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਕਿ ਇਹ ਤਸੀਹੇ ਦਿੱਤੇ, ਤਸ਼ੱਦਦ ਕੀਤਾ ਕਿ ਇਹ ਆਪਣੇ ਅਕੀਦੇ ਤੋਂ ਡਿੱਗ ਜਾਣਗੇ, ਧਰਮ ਤਿਆਗ ਦੇਣਗੇ। ਪਰ ਸਾਧ ਸੰਗਤ ਜੀ, ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕਿਤੇ ਠੰਡ ਲੱਗੀ? ਕਿਉਂ ਨਹੀਂ ਲੱਗੀ? ਕਿਉਂਕਿ ਪੋਖ ਤੁਖਾਰ ਨਾ ਵਿਆਪਈ
ਕੰਠ ਮਿਲਿਆ ਹਰ ਨਾਹੂ। ਉਹਨਾਂ ਨੂੰ ਠੰਡ ਨਹੀਂ ਲੱਗਦੀ ਜਿਨ੍ਹਾਂ ਦੇ ਕੰਠ ਦੇ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ 12 ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਭਾਰੀ ਸੇਵਾ ਕੀਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ। ਤੇ ਖਡੂਰ ਸਾਹਿਬ ਤੋਂ ਚੱਲ ਕੇ ਤੇ ਗੋਇੰਦਵਾਲ ਸਾਹਿਬ ਤੱਕ ਰੋਜ਼ਾਨਾ ਜਾਂਦੇ ਸੀ ਮਹਾਰਾਜ ਸਾਹਿਬ ਜੀ। ਉੱਥੋਂ ਪਾਣੀ ਦੀ ਗਾਗਰ ਭਰ ਕੇ ਲੈ ਕੇ ਆਉਂਦੇ ਸੀ, ਜਿਹਦੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ਼ਨਾਨ ਕਰਦੇ ਸੀ। ਤੇ ਸਾਧ ਸੰਗਤ ਜੀ 12 ਸਾਲ ਦੇ ਵਿੱਚ ਸਰਦੀ ਵੀ ਆਈ ਹੋਏਗੀ, ਗਰਮੀ ਵੀ ਆਈ ਹੋਏਗੀ, ਪੋਹ ਦੇ ਮਹੀਨੇ ਵੀ ਚੜ੍ਹੇ ਹੋਣਗੇ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ 72 ਸਾਲ ਦੀ ਉਮਰ ਸੀ। ਤੇ ਮਹਾਰਾਜ ਸਾਹਿਬ ਜੀ ਨੂੰ ਠੰਡ ਲੱਗੀ, ਕਿਉਂਕਿ ਠੰਡ ਕਿਉਂ ਨਹੀਂ ਲੱਗੀ? ਕਿਉਂਕਿ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਪ੍ਰਤੱਖ ਠੰਡ ਵੀ ਨਹੀਂ ਲੱਗਦੀ ਹੈ, ਜਿਨ੍ਹਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਹੁੰਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਕੋਈ ਨਿੰਦਕ ਲੋਕ ਸੀ। ਉਹਨਾਂ ਨੇ ਸਿਕੰਦਰ ਲੋਧੀ ਬਾਦਸ਼ਾਹ ਦੇ ਕੋਲ ਚੁਗਲੀ ਕਰ ਦਿੱਤੀ ਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਰਾਜ ਲਿਓ ਅਬਿਨਾਸੀ, ਤੇ ਇਹ ਤੇਰਾ ਰਾਜ ਭਾਗ ਲੈ ਲੈਣਗੇ। ਇਹਨਾਂ ਨਾਲ ਸੰਗਤ ਬੜੀ ਜੁੜ ਗਈ ਹੈ ਕਬੀਰ ਸਾਹਿਬ ਜੀ ਦੇ ਨਾਲ। ਰਾਜੇ ਕੰਨਾਂ ਦੇ ਕੱਚੇ ਹੁੰਦੇ ਐ। ਸਿਕੰਦਰ ਲੋਧੀ ਨੇ ਕਿਹਾ ਕਬੀਰ ਸਾਹਿਬ ਜੀ ਨੂੰ ਗੰਗਾ ਦੇ ਵਿੱਚ ਸੁੱਟ ਦਿਓ, ਗੰਗਾ ਦੇ ਵਿੱਚ ਡੁਬੋ ਦਿਓ, ਗੰਗਾ ਦਾ ਪਾਣੀ ਬੜਾ ਠੰਡਾ ਹੈ। ਤੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੂੰ ਜਿਹੜੇ ਇਹ ਸਿਕੰਦਰ ਲੋਧੀ ਦੇ ਅਹਿਲਕਾਰ ਸੀ, ਸਿਪਾਹੀ ਸੀ, ਇਹਨਾਂ ਨੇ ਜੰਜੀਰਾਂ ਨਾਲ ਬੰਨ੍ਹ ਕੇ ਤੇ ਗੰਗਾ ਦੇ ਠੰਡੇ ਪਾਣੀ ਦੇ ਵਿੱਚ ਸੁੱਟ ਦਿੱਤਾ। ਪਰ ਕਬੀਰ ਸਾਹਿਬ ਜੀ ਨੂੰ ਪਾਣੀ ਡੁਬੋ ਨਹੀਂ ਸਕਿਆ, ਕਿਉਂਕਿ ਕੰਠ ਮਿਲਿਆ ਹਰ ਨਾਹੂ। ਉਹਨਾਂ ਦੇ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲਿਆ ਸੀ। ਤੇ ਗੰਗਾ ਦੇ ਉੱਤੇ ਇਸ ਤਰ੍ਹਾਂ ਉੱਤੇ ਬੈਠੇ ਚੌਂਕੜਾ ਮਾਰ ਕੇ ਪਾਣੀ ਦੇ ਉੱਤੇ, ਜਿਵੇਂ ਕੋਈ ਬੰਦਾ ਦਰੀ ਦੇ ਉੱਤੇ ਬੈਠਾ ਹੁੰਦਾ ਚੌਂਕੜਾ ਮਾਰ ਕੇ, ਪਾਣੀ ਨਹੀਂ ਡੁਬੋ ਸਕਿਆ। ਔਰ ਭਗਤ ਕਬੀਰ ਸਾਹਿਬ ਜੀ ਨੂੰ ਕਬੀਰ ਸਾਹਿਬ ਜੀ ਦੇ ਸੇਵਕਾਂ ਨੇ ਪੁੱਛਿਆ ਸੀ ਕਿ ਕਬੀਰ ਸਾਹਿਬ ਜੀ ਤੁਹਾਨੂੰ ਗੰਗਾ ਵਿੱਚ ਸੁੱਟਿਆ ਸੀ ਤੇ ਉੱਥੇ ਤਾਂ ਗੰਗਾ ਦਾ ਪਾਣੀ ਬੜਾ ਡੂੰਘਾ ਹੈ, ਬੜਾ ਠੰਡਾ ਹੈ, ਪਾਣੀ ਤੁਹਾਨੂੰ ਡੁਬੋ ਨਹੀਂ ਸਕਿਆ। ਤੋ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕਿ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ, ਰਹਾਓ ਗੰਗਾ ਕੀ ਲਹਿਰ ਟੁੱਟੀ ਮੇਰੀ ਜੰਜੀਰ। ਗੰਗਾ ਦੀਆਂ ਲਹਿਰਾਂ ਨੇ, ਗੰਗਾ ਦੇ ਪਾਣੀ ਨੇ ਮੈਨੂੰ ਡੋਬਿਆ ਨਹੀਂ, ਮੇਰੀਆਂ ਜੰਜੀਰਾਂ ਟੁੱਟ ਗਈਆਂ। ਗੰਗਾ ਕੀ ਲਹਿਰ ਟੁੱਟੀ ਮੇਰੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਅਸੀਂ ਪਾਣੀ ਦੇ ਉੱਤੇ ਇਸ ਤਰ੍ਹਾਂ ਬੈਠ ਗਏ ਜਿਵੇਂ ਕੋਈ ਮ੍ਰਿਗਸ਼ਾਲਾ ਦੇ ਉੱਤੇ ਬੈਠਦਾ ਹੈ ਚੌਂਕੜਾ ਮਾਰ ਕੇ। ਕਬੀਰ ਸਾਹਿਬ ਜੀ ਫਰਮਾਉਂਦੇ ਐ ਕਹੋ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਕੋਈ ਸੰਗੀ ਸਾਥੀ ਨਹੀਂ, ਜਲਾਂ ਵਿੱਚ ਥਲਾਂ ਦੇ ਵਿੱਚ ਹਰ ਪਾਸੇ ਵਾਹਿਗੁਰੂ ਹੀ ਰੱਖਿਆ ਕਰਦੇ ਆ। ਇਸ ਕਰਕੇ ਤੁਸੀਂ ਵਾਹਿਗੁਰੂ ਨਾਲ ਜੁੜੋ, ਵਾਹਿਗੁਰੂ ਜੀ ਦਾ ਨਾਮ ਜਪੋ। ਪ੍ਰਹਿਲਾਦ ਜੀ ਨੂੰ ਵੀ ਸਾਧ ਸੰਗਤ ਜੀ ਪਾਣੀ ਵਿੱਚ ਸੁੱਟਿਆ, ਅੱਗ ਵਿੱਚ ਸੁੱਟਿਆ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਬਚਨ ਉਚਾਰਨ ਕੀਤੇ ਨੇ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੇ ਨਾਲ ਪਾਣੀ ਦੇ ਵਿੱਚ, ਪਾਣੀ ਉਹਨਾਂ ਨੂੰ ਡੁਬੋ ਨਹੀਂ ਸਕਿਆ, ਅੱਗ ਉਹਨਾਂ ਨੂੰ ਸਾੜ ਨਹੀਂ ਸਕੀ। ਕਿਉਂ ਨਹੀਂ ਸਾੜ ਸਕੀ? ਕਿਉਂਕਿ ਸਾਧ ਸੰਗਤ ਜੀ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੂ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ ਹੈ, ਜਿਨ੍ਹਾਂ ਦੇ ਕੰਠ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਿਲਿਆ ਹੁੰਦਾ ਹੈ। ਦੂਸਰਾ ਅਰਥ ਮਹਾਂਪੁਰਸ਼ ਇਹ ਵੀ ਕਰਦੇ ਹੈ ਕਿ ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਪਾਪਾਂ ਰੂਪੀ ਪਾਲਾ ਨਹੀਂ ਵਿਆਪਦਾ ਹੈ, ਜਿਨ੍ਹਾਂ ਦੇ ਕੰਠ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਿਲਿਆ ਹੁੰਦਾ ਹੈ। ਪਹਿਲਾ ਅਰਥ ਇਹ ਹੈ ਵੀ ਪ੍ਰਤੱਖ ਠੰਡ ਵੀ ਨਹੀਂ ਲੱਗਦੀ ਹੈ। ਦੂਸਰਾ ਅਰਥ ਇਹ ਹੈ ਪਾਪਾਂ ਰੂਪੀ ਪਾਲਾ ਨਹੀਂ ਲੱਗਦਾ ਹੈ।
ਕਿਉਂਕਿ ਸਾਧ ਸੰਗਤ ਜੀ ਕੋਈ ਇਹੋ ਜਿਹਾ ਤਾਂ ਵਿਅਕਤੀ ਹੈ ਨਹੀਂ ਜਿਹਦੇ ਤੋਂ ਕੋਈ ਗਲਤੀ ਨਾ ਹੋਈ ਹੋਵੇ। ਜੇ ਇੱਕ ਉਂਗਲ ਅਸੀਂ ਕਿਸੇ ਵੱਲ ਕਰਦੇ ਹਾਂ ਤਾਂ 3 ਉਂਗਲਾਂ ਸਾਡੇ ਆਪਣੇ ਵੱਲ ਹੁੰਦੀਆਂ। ਆਪਾਂ ਤਾਂ ਪਾਪਾਂ ਦੇ ਭਰੇ ਹੋਏ ਹਾਂ ਤੇ ਮਹਾਰਾਜ ਅੱਗੇ ਬੇਨਤੀਆਂ ਕਰਨੀਆਂ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਬੇਨਤੀਆਂ ਕਰੋ, ਮਾਂ ਨਮੀ ਲਾਫੇਮ ਅਜ਼ੁਹਦੋ ਰਿਆ ਗਰ ਗੁਨਹਿਗਾਰੇਮ ਹੱਕ ਬਖਸ਼ੰਦਾਸਤ। ਸੱਚੇ ਪਾਤਸ਼ਾਹ ਜੇ ਮੈਂ ਗੁਨਹਿਗਾਰ ਹਾਂ, ਪਾਪੀ ਹਾਂ, ਤੇ ਤੁਸੀਂ ਮਹਾਰਾਜ ਬਖਸ਼ਣ ਵਾਲੇ ਹੋ। ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀਆਂ ਕਰੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੇ ਬਿਰਦ ਕਰ ਆਸਰੋ ਸੰਭਾਰ ਹੋ। ਆਪਣੇ ਕੀਤੇ ਹੋਏ ਪਾਪਾਂ ਕਰਕੇ ਮਹਾਰਾਜ ਮੈਨੂੰ ਨਰਕ ਦੇ ਵਿੱਚ ਵੀ ਥਾਂ ਨਹੀਂ ਮਿਲਣੀ। ਤੇ ਸੱਚੇ ਪਾਤਸ਼ਾਹ ਆਪਣਾ ਬਿਰਦ ਜਿਹੜਾ ਤੁਹਾਡਾ ਸੁਭਾਅ ਹੈ ਪਤਿਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰਨਾ, ਤੇ ਮਹਾਰਾਜ ਮੇਰੇ 'ਤੇ ਕਿਰਪਾ ਕਰੋ ਤੇ ਮੈਨੂੰ ਬਖਸ਼ ਲਓ ਸੱਚੇ ਪਾਤਸ਼ਾਹ ਜੀਓ। ਤੋ ਦੂਸਰਾ ਅਰਥ ਇਸ ਪੰਕਤੀ ਦਾ ਹੈ ਕਿ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹੋ। ਪੋਹ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਪ੍ਰਤੱਖ ਠੰਡ ਵੀ ਨਹੀਂ ਲੱਗਦੀ ਹੈ ਤੇ ਪਾਪਾਂ ਦਾ ਪਾਲਾ ਵੀ ਨਹੀਂ ਲੱਗਦਾ ਹੈ, ਜਿਨ੍ਹਾਂ ਦੇ ਕੰਠ ਗਲੇ ਦੇ ਵਿੱਚ ਹਰੀ ਵਾਹਿਗੁਰੂ ਜੀ ਜੋ ਨਾ ਹੋ ਕੀ ਪਤੀ ਹਨ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਿਲਿਆ ਹੁੰਦਾ ਹੈ, ਉਹਨਾਂ ਨੂੰ ਪ੍ਰਤੱਖ ਠੰਡ ਵੀ ਨਹੀਂ ਲੱਗਦੀ ਹੈ।